ਆਮ ਆਦਮੀ ਪਾਰਟੀ ਹੋਣਗੇ ਕੁਛ ਵੀਰ ਉਹਨਾਂ ਦੇ ਜਿਨ੍ਹਾਂ ਨੇ ਵੋਟਾਂ ਪਾਈਆਂ ਹੋਣਗੀਆਂ, ਕਿਉਂਕਿ ਆਮ ਆਦਮੀ ਪਾਰਟੀ ਦੀ ਜਦੋਂ ਗੱਲ ਆਉਂਦੀ ਸੀ, ਦੀਪ ਨੇ ਇੱਕ ਵਾਰੀ ਇੱਕ ਗੱਲ ਕਹੀ ਸੀ, ਉਸ ਤੋਂ ਬਾਅਦ ਵੀ ਉਹਦੇ ਖਿਲਾਫ ਬੜੇ ਬਿਆਨ ਆਏ ਜੀ ਇਹ ਤਾਂ ਅਕਾਲੀ ਦਲ ਬਾਦਲ ਦਾ ਰਲਿਆ ਹੋਇਆ, ਇਹ ਤਾਂ ਬੀਜੇਪੀ ਦਾ ਬੰਦਾ। ਪਰ ਦੀਪ ਨੇ ਇੱਕ ਗੱਲ ਕਹੀ ਸੀ ਕਿ ਪੰਜਾਬ ਦੇ ਹਿੱਤਾਂ ਨੂੰ ਬਚਾਉਣ ਦੇ ਵਾਸਤੇ ਸਾਨੂੰ ਪੰਜਾਬ ਦੇ ਖਿੱਤੇ ਦੀ ਪਾਰਟੀ ਦੀ ਲੋੜ ਹੈ, ਜਿਹੜੀ ਪੰਜਾਬ ਦੀ ਪਾਰਟੀ ਹੋਵੇ। ਹੁਣ ਉਹ ਪੰਜਾਬ ਦੀ ਪਾਰਟੀ ਦਾ ਭਾਵ ਸਿਰਫ ਅਕਾਲੀ ਦਲ ਨਹੀਂ ਸੀ, ਉਹਦਾ ਮਤਲਬ ਸੀ ਕਿ ਉਹ ਧਿਰ ਜਿਹੜੀ ਰਾਸ਼ਟਰਵਾਦੀ ਢਾਂਚੇ ਚੋਂ ਬਾਹਰ ਹੋਵੇ, ਜਿਹੜੀ ਰਾਸ਼ਟਰਵਾਦੀ ਫਰੇਮ ਚੋਂ ਬਾਹਰ ਹੋਵੇ। ਔਰ ਹੁਣ ਕੀ ਹੋਇਆ ਵੇਖੋ, ਆਮ ਆਦਮੀ ਪਾਰਟੀ ਠੀਕ ਹੈ, ਅਸੀਂ ਲੋਕਾਂ ਨੇ ਵੋਟਾਂ ਪਾਈਆਂ, ਉਹ ਫੇਰ ਹੀ ਜਿੱਤੇ ਨੇ। ਪਰ ਉਹ ਕਿਉਂ ਜਿੱਤੇ ਨੇ, ਉਹਦੇ 'ਚ ਇੱਕ ਗੱਲ ਤਾਂ ਵੇਖਣ ਵਾਲੀ ਹੈ ਨਾ ਕਿ ਬੇਸ਼ੱਕ ਅਸੀਂ ਅਜੇ ਤੱਕ ਉਹਨਾਂ ਦੀ ਕੋਈ ਪਰਫਾਰਮੈਂਸ ਨਹੀਂ ਵੇਖੀ, ਅਸੀਂ ਉਹਨਾਂ ਦਾ ਪੰਜਾਬ 'ਚ ਰਾਜ ਨਹੀਂ ਵੇਖਿਆ, ਪਰ ਅਸੀਂ ਜਿਨ੍ਹਾਂ ਦਾ ਰਾਜ ਵੇਖਿਆ ਉਹਨਾਂ ਦੇ ਪ੍ਰਤੀ ਨਾਰਾਜ਼। ਇਹ ਜਿੰਨੀ ਵੋਟ ਪਈ ਹੈ, ਇੱਥੋਂ ਦੀਆਂ ਜਿਹੜੀਆਂ ਧਿਰਾਂ ਸੀ ਉਹਨਾਂ ਦੀ ਨਾਰਾਜ਼ਗੀ 'ਚੋਂ ਪੈਦਾ ਹੋਈ ਹੈ, ਕਿਉਂਕਿ ਬਹੁਤ ਲੰਬਾ ਸਮਾਂ ਇਹਨਾਂ ਨੇ ਪੰਜਾਬ ਦੇ ਹੱਕਾਂ ਦੀ ਨੁਮਾਇੰਦਗੀ ਨਹੀਂ ਕੀਤੀ। ਪਰ ਇੰਨੀ ਵੱਡੀ ਪੱਧਰ ਦੇ ਉੱਪਰ ਵੋਟਾਂ ਲੈਣ ਤੋਂ ਬਾਅਦ ਜਦੋਂ ਹੁਣ ਉਹਨਾਂ ਨੇ ਆਪਣੇ ਸਭਾ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ, ਤੇ ਉਹਦੇ 'ਚ ਉਹ ਬੰਦੇ ਨੇ ਜਿਹੜੇ ਕਦੀ ਪੰਜਾਬ ਦੇ ਹੱਕਾਂ ਦੀ ਗੱਲ ਕਰ ਹੀ ਨਹੀਂ ਸਕਦੇ। ਤੁਸੀਂ ਕੀ ਰਾਘਵ ਚੱਡੇ ਤੋਂ ਹੁਣ ਅਸੀਂ ਆਸ ਰੱਖਾਂਗੇ ਕਿ ਉਹ ਪੰਜਾਬ ਦੇ ਕੋਟੇ ਦੇ ਵਿੱਚੋਂ ਬਣ ਕੇ ਜਾਵੇ ਰਾਜ ਸਭਾ ਦਾ ਮੈਂਬਰ, ਤੇ ਉੱਥੇ ਜਾ ਕੇ ਉਹ ਗੱਲ ਕਰੂਗਾ ਪੰਜਾਬ ਦੀ? ਕਿਉਂਕਿ ਰਾਘਵ ਚੱਡਾ ਤਾਂ ਉਹ ਹੈ ਜਿਹੜਾ ਸਭ ਤੋਂ ਵੱਧ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਇਸ ਮੁੱਦੇ ਦੇ ਉੱਪਰ ਬੋਲਿਆ ਸੀ ਕਿ ਇਹ ਪਰਾਲੀ ਨੂੰ ਅੱਗ ਲਾਉਂਦੇ ਨੇ ਤੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਵੱਧ ਜਾਂਦਾ ਹੈ। ਸਭ ਤੋਂ ਵੱਧ ਉਹਦੀਆਂ ਸਟੇਟਮੈਂਟਸ ਆਈਆਂ ਸੀ, ਜਦੋਂ ਕਿ ਜਿਹੜੇ ਪ੍ਰਦੂਸ਼ਣ ਔਰ ਹਵਾ ਦੇ ਮਾਹਰ ਨੇ ਉਹ ਕਹਿੰਦੇ ਨੇ ਕਿ ਤੁਸੀਂ ਵੀ ਵੇਖ ਲਓ, ਕਿਤੇ ਪਰਾਲੀ ਨੂੰ ਸਾੜ ਕੇ ਵੇਖ ਲਓ ਤੇ ਉਹਦੇ ਕੋਲ ਇੱਕ ਟਾਇਰ ਨੂੰ ਸਾੜ ਕੇ ਵੇਖ ਲਓ, ਧੂਏ ਦਾ ਰੰਗ ਵੇਖੋ। ਜਿਹੜਾ ਇਹ ਬਾਇਓ ਵੇਸਟ ਹੁੰਦਾ ਹੈ, ਜਿਹੜਾ ਪਰਾਲੀ ਦਾ ਧੂੰਆਂ ਹੁੰਦਾ ਹੈ, ਇਹ ਮਨੁੱਖ ਦੇ ਵਾਸਤੇ ਹਾਨੀਕਾਰਕ ਨਹੀਂ ਹੈਗਾ ਇੰਨਾ ਜ਼ਿਆਦਾ। ਪਰ ਜਿਹੜਾ ਧੂੰਆਂ ਟਾਇਰ ਦਾ ਹੁੰਦਾ, ਜਿਹੜਾ ਫੈਕਟਰੀਆਂ ਦੇ ਵਿੱਚ ਫਿਊਲ ਸਾੜਿਆ ਜਾਂਦਾ ਹੈ, ਜ਼ਿਆਦਾ ਨੁਕਸਾਨਦੇਹ ਉਹ ਹੁੰਦਾ ਹੈ। ਤੇ ਪੰਜਾਬ ਦੇ ਵਿੱਚ ਜਦੋਂ ਜਿਹੜੇ ਸਮੇਂ 'ਚ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ, ਪਹਿਲਾਂ ਤਾਂ ਜਿਹੜਾ ਪੋਲਿਊਸ਼ਨ ਹੈ ਉਹ ਚੰਡੀਗੜ੍ਹ 'ਚ ਵਧਣਾ ਚਾਹੀਦਾ ਹੈ, ਚੰਡੀਗੜ੍ਹ 'ਚ ਤਾਂ ਵੱਧਦਾ ਨਹੀਂ, ਤੇ ਦਿੱਲੀ 'ਚ ਪੰਜਾਬ ਦੀ ਪਰਾਲੀ ਦਾ ਧੂੰਆਂ ਚਲਾ ਜਾਂਦਾ ਹੈ। ਪੰਜਾਬ ਤੋਂ ਪਾਕਿਸਤਾਨ ਤਾਂ ਜਾਂਦਾ ਨਹੀਂ, ਕਈ ਵਾਰੀ ਹਵਾ ਦਾ ਰੁੱਖ ਉੱਧਰ ਹੁੰਦਾ ਹੈ, ਕਦੀ ਪਾਕਿਸਤਾਨ ਵਾਲਿਆਂ ਨੇ ਕਿਹਾ ਨਹੀਂ ਕਿ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਨੇ ਤੇ ਸਾਡੇ ਪਾਕਿਸਤਾਨ ਦੇ ਵਿੱਚ ਪ੍ਰਦੂਸ਼ਣ ਵੱਧ ਜਾਂਦਾ ਹੈ, ਦਿੱਲੀ 'ਚ ਵੱਧਦਾ ਹੈ। ਕਾਰਨ ਕੀ ਹੈ? ਪੰਜਾਬ ਦੇ ਪ੍ਰਤੀ ਇੱਕ ਨਫ਼ਰਤ, ਪੰਜਾਬ ਨੂੰ ਇਹ ਅਹਿਸਾਸ ਕਰਾਉਣਾ ਕਿ ਤੁਹਾਡੇ ਕਰਕੇ ਅਸੀਂ ਕਸ਼ਟ 'ਚ ਵਿੱਚ ਆਉਂਦੇ ਹਾਂ, ਜਾਂ ਫਿਰ ਆਪਣੀਆਂ ਜਿਹੜੀਆਂ ਖਾਮੀਆਂ ਨੇ, ਜਿਹੜਾ ਦਿੱਲੀ ਦੇ ਵਿੱਚ ਇਹਨਾਂ ਦੀਆਂ ਆਪਣੀਆਂ ਫੈਕਟਰੀਆਂ ਦੇ ਕਰਕੇ ਪ੍ਰਦੂਸ਼ਣ ਵੱਧਦਾ ਹੈ, ਉਹਦੀ ਜ਼ਿੰਮੇਵਾਰੀ ਪੰਜਾਬ ਦੇ ਉੱਪਰ ਸੁੱਟਣੀ। ਕੀ ਤੁਸੀਂ ਸੋਚਦੇ ਹੋ ਕਿ ਪੰਜਾਬ ਨੂੰ ਬੇਦੋਸ਼ੇ ਹੋਣ ਦੇ ਬਾਵਜੂਦ ਵੀ ਦੋਸ਼ੀ ਗਰਦਾਨਣ ਵਾਲੇ ਇਹ ਲੋਕ ਹੁਣ ਪੰਜਾਬ ਦੀ ਗੱਲ ਕਰਨਗੇ? ਉਸ ਤੋਂ ਬਾਅਦ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਸੀ, ਹਿਮਾਚਲ ਦੇ ਵੱਲੋਂ, ਕਿਉਂਕਿ ਉੱਥੇ ਬੀਜੇਪੀ ਦਾ ਬਹੁਤ ਜ਼ੋਰ ਹੈ, ਉਹਨਾਂ ਦੇ ਵੱਲੋਂ ਇਹ ਸਟੇਟਮੈਂਟ ਆਉਣੀ ਕਿ ਅਸੀਂ ਪੰਜਾਬ ਦੇ ਕੋਲੋਂ ਪਾਣੀ ਦਾ ਹਰਜ਼ਾਨਾ ਲਵਾਂਗੇ। ਕਿ ਅਜੇ ਤੱਕ ਜਿਹੜਾ ਪੰਜਾਬ ਦਾ ਪਾਣੀ ਰਾਜਸਥਾਨ ਜਾ ਰਿਹਾ, ਕਿ ਉਹਦਾ ਹਰਜ਼ਾਨਾ ਪੰਜਾਬ ਨੂੰ ਮਿਲਿਆ ਅਜੇ ਤੱਕ? 1955 ਤੋਂ ਲਗਾਤਾਰ ਜਾ ਰਿਹਾ। ਤੇ ਦੁਨੀਆ ਦੀਆਂ ਜਿੰਨੀਆਂ ਵੀ ਵਾਟਰ ਟ੍ਰੀਟੀਜ਼ ਨੇ, ਜਿੰਨੀਆਂ ਵੀ ਪਾਣੀ ਦੀਆਂ ਸੰਧੀਆਂ ਨੇ, ਉਹਦੇ ਵਿੱਚ ਫਸਟ ਰਿਪੇਰੀਅਨ ਸਟੇਟ ਤੇ ਸੈਕੰਡ ਰਿਪੇਰੀਅਨ ਸਟੇਟ, ਉਹਦੇ ਵਿੱਚ ਅਹਿਮ ਇੱਕ ਤੱਥ ਹੁੰਦਾ, ਜੇ ਇਹ ਪਾਣੀ ਹਿਮਾਚਲ ਦੇ ਪਹਾੜਾਂ 'ਚ ਪੈਦਾ ਹੁੰਦਾ ਤੇ ਉਹ ਫਸਟ ਰਿਪੇਰੀਅਨ ਸਟੇਟ ਹੈ। ਜਿੰਨੀ ਉਹਨਾਂ ਦੀ ਵਰਤੋਂ ਹੁੰਦੀ ਆ, ਉਹਦੀ ਵਰਤੋਂ ਤੋਂ ਬਾਅਦ ਜਿਹੜਾ ਫਾਲਤੂ ਪਾਣੀ ਆ ਉਹ ਪੰਜਾਬ ਦੇ ਕੋਲ ਆਉਂਦਾ, ਤੇ ਪੰਜਾਬ ਉਸ ਬੇਸਿਕ ਤੋਂ ਬਾਅਦ ਉਹਦਾ ਅਗਲਾ ਰਿਪੇਰੀਅਨ ਸਟੇਟ ਬਣਦਾ। ਔਰ ਦੁਨੀਆ ਦੀ ਕਿਸੇ ਵੀ ਪਾਣੀ ਦੀ ਸੰਧੀ ਦੇ ਮੁਤਾਬਕ, ਚਾਹੇ ਉਹ ਬ੍ਰਹਮਪੁੱਤਰ ਦੀ ਹੋਈ ਸੀ, ਚਾਹੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਸੰਧੀਆਂ ਹੋਈਆਂ ਨੇ, ਹਮੇਸ਼ਾ ਪਾਣੀ ਦੇ ਉੱਪਰ ਅਧਿਕਾਰ ਜਿਹੜਾ ਹੁੰਦਾ ਉਹ ਉਸ ਰਿਪੇਰੀਅਨ ਸਟੇਟ ਦਾ ਹੁੰਦਾ, ਜਿਹੜਾ ਪਹਾੜਾਂ ਤੋਂ ਬਾਅਦ ਮੈਦਾਨ ਹੁੰਦਾ ਉਹ ਪੰਜਾਬ ਹੈ। ਉਹਦਾ ਕਾਰਨ ਕੀ ਹੈ ਕਿ ਜੇਕਰ ਉਸ ਪਾਣੀ ਦੇ ਕਰਕੇ ਕੋਈ ਨੁਕਸਾਨ ਹੁੰਦਾ, ਹੜ੍ਹ ਆਉਂਦੇ ਨੇ, ਤਾਂ ਉਹ ਵੀ ਨੁਕਸਾਨ ਪੰਜਾਬ ਨੂੰ ਭੁਗਤਣਾ ਪੈਂਦਾ। ਪੰਜਾਬ ਨੂੰ ਜਿੰਨਾ ਪਾਣੀ ਮਿਲਣਾ ਚਾਹੀਦਾ ਹੈ ਇਹਦੀ ਜ਼ਰਾਇਤੀ ਖੇਤਰ ਦੇ ਮੁਤਾਬਕ, ਉਨਾ ਪਾਣੀ ਮਿਲਣ ਤੋਂ ਬਾਅਦ ਜੇਕਰ ਵਾਧੂ ਪਾਣੀ ਹੋਵੇ ਤਾਂ ਰਿਪੇਰੀਅਨ ਸਟੇਟ ਜਿਹੜਾ ਉਹ ਅੱਗੇ ਕਿਸੇ ਹੋਰ ਨੂੰ ਉਹਦੇ ਵਿੱਚੋਂ ਹਿੱਸਾ ਦੇ ਸਕਦਾ, ਪਰ ਉਹ ਵੀ ਮੁੱਲ। ਤੇ ਸਾਡਾ 1955 ਤੋਂ ਜਾ ਰਿਹਾ। ਤੇ ਮੈਂ ਇੱਕ ਦਿਨ ਇੱਕ ਕੈਲਕੂਲੇਸ਼ਨ ਵੇਖ ਰਿਹਾ ਸੀ ਵੀ ਜੇਕਰ 1 ਲੀਟਰ ਜਾਂ 1 ਗੈਲਨ ਦਾ 1 ਪੈਸਾ ਵੀ ਤੁਸੀਂ ਲਾਓ ਨਾ,
ਤੇ ਪੰਜਾਬ ਦੇ ਮਿਲੀਅਨ ਡਾਲਰ ਬਣਦੇ ਨੇ ਉਹਨਾਂ ਦੇ ਸਿਰ। ਤੇ ਸਾਡੀ ਜਿਹੜੀ ਜ਼ਮੀਨ ਹੈ, ਇਹ ਜ਼ਮੀਨ ਜਿਹੜੀ ਹੈ ਇਹ ਬੰਜਰ ਬਣਦੀ ਜਾ ਰਹੀ ਹੈ, ਤੇ ਜਿਨ੍ਹਾਂ ਦੀਆਂ ਜ਼ਮੀਨਾਂ ਬੰਜਰ ਨੇ ਉਹਨਾਂ ਨੂੰ ਪਾਣੀ ਦੇ ਕੇ ਉਹਨਾਂ ਨੂੰ ਉਪਜਾਊ ਬਣਾਇਆ ਜਾ ਰਿਹਾ। ਜੇਕਰ ਸਿੰਨਾ ਪਾਣੀ ਸਾਡੇ ਹਿੱਸੇ ਦਾ ਹੈ, ਜੇਕਰ ਚੰਗੀ ਤਰ੍ਹਾਂ ਦੇ ਨਾਲ ਕਿਸੇ ਸਿੰਚਾਈ ਪ੍ਰਣਾਲੀ ਦੇ ਨਾਲ ਪੰਜਾਬ ਨੂੰ ਮਿਲੇ, ਤੇ ਪੰਜਾਬ ਨੂੰ ਜ਼ਮੀਨ ਦੇ ਵਿੱਚੋਂ ਪਾਣੀ ਕੱਢਣ ਦੀ ਲੋੜ ਨਹੀਂ। ਔਰ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅੰਗਰੇਜ਼ਾਂ ਨੇ ਪਹਿਲਾਂ ਪੰਜਾਬ ਦੇ ਵਿੱਚ, ਸ਼ਾਇਦ ਡਾਕਟਰ ਗੰਡਾ ਸਿੰਘ ਹੁਣਾਂ ਨੇ ਇਹਦਾ ਜ਼ਿਕਰ ਕੀਤਾ ਸੀ 1937 ਦੇ ਵਿੱਚ, ਜਦੋਂ ਪਹਿਲਾ ਬੋਰ ਕੀਤਾ ਗਿਆ, ਉਸ ਤੋਂ ਬਾਅਦ ਅਜੇ ਪੰਜਾਬ 'ਚ ਬੜੇ ਥੋੜ੍ਹੇ ਬੋਰ ਹੋਏ ਸੀ ਟਿਊਬਵੈੱਲ ਦੇ ਵਾਸਤੇ। ਅੰਗਰੇਜ਼ਾਂ ਨੇ ਪਾਬੰਦੀ ਲਾ ਦਿੱਤੀ ਸੀ। ਉਹਦਾ ਕਿਹੜਾ ਕਾਰਨ ਦਿੱਤਾ ਸੀ, ਉਹਨਾਂ ਕਿਹਾ ਸੀ ਜਿਹੜਾ ਪੰਜਾਬ ਦਾ ਜ਼ਮੀਨੀ ਪਾਣੀ ਹੈ ਨਾ, ਇਹ ਦੁਨੀਆ ਦਾ ਉੱਚ ਦਰਜੇ ਦਾ ਪੀਣ ਵਾਲਾ ਪਾਣੀ ਹੈ, ਤੇ ਜਿਹੜਾ ਪੰਜਾਬ ਦਾ ਨਹਿਰੀ ਪਾਣੀ ਹੈ ਨਾ, ਇਹ ਦੁਨੀਆ ਦਾ ਉੱਚ ਦਰਜੇ ਦਾ ਇੰਨਾ ਜ਼ਿਆਦਾ ਖਣਿਜ ਤੇ ਮਿਨਰਲ ਭਰਪੂਰ ਪਾਣੀ ਹੈ ਨਾ, ਕਿ ਜੇਕਰ ਇਹ ਨਹਿਰੀ ਪਾਣੀ ਫਸਲਾਂ ਨੂੰ ਪਵੇ, ਕਿਉਂਕਿ ਜਦੋਂ ਪਹਾੜਾਂ ਦੇ ਵਿੱਚੋਂ ਆਉਂਦਾ ਬਹੁਤ ਸਾਰੀਆਂ ਜੜੀਆਂ ਬੂਟੀਆਂ, ਬਹੁਤ ਸਾਰੀਆਂ ਧਾਤਾਂ ਪਾਣੀ 'ਚ ਮਿਲਦੀਆਂ ਨੇ, ਕਿ ਜੇਕਰ ਨਹਿਰੀ ਪਾਣੀ ਦੇ ਨਾਲ ਫਸਲਾਂ ਦੀ ਸਿੰਚਾਈ ਹੋਵੇ ਤਾਂ ਪੰਜਾਬ ਦੀਆਂ ਫਸਲਾਂ ਨੂੰ ਕਿਸੇ ਖਾਦ ਦੀ ਲੋੜ ਨਹੀਂ। ਤੇ ਜੇਕਰ ਜ਼ਮੀਨੀ ਪਾਣੀ ਪੀਣ ਵਾਸਤੇ ਵਰਤਿਆ ਜਾਵੇ ਤੇ ਪੰਜਾਬ ਨੂੰ ਕਿਤੇੋਂ ਵੀ ਪੀਣ ਦੇ ਪਾਣੀ ਦੀ ਥੋੜ ਨਹੀਂ ਆ ਸਕਦੀ। ਹੁਣ ਅਸੀਂ ਮੁੱਲ ਦਾ ਪਾਣੀ ਨਹੀਂ ਪੀ ਰਹੇ ਜੀ। ਜੇ ਅਸੀਂ ਬਾਹਰ ਜਾਂਦੇ ਬੋਤਲ ਲੈ ਕੇ ਪੀਂਦੇ ਹਾਂ ਤਾਂ ਵੀ ਮੁੱਲ ਦੀ, ਜੇ ਘਰਾਂ ਦੇ ਵਿੱਚ ਆਰਓ ਦਾ ਫਿਲਟਰ ਲਾ ਕੇ ਕੱਢ ਰਹੇ ਆ ਉਹ ਵੀ ਮੁੱਲ ਦਾ। ਹੁਣ ਅਸੀਂ ਸਾਰਾ ਮੁੱਲ ਦਾ ਪੀ ਰਹੇ। ਪਰ ਸਾਡੀ ਸਮੱਸਿਆ ਕਿੱਥੇ ਹੈ ਕਿ ਜਦੋਂ ਕੋਈ ਸਾਨੂੰ ਸਮਝਾਉਂਦਾ ਹੈ, ਮੈਨੂੰ ਯਾਦ ਹੈ, ਤੁਹਾਨੂੰ ਵੀ ਵੇਖਿਆ ਹੋਵੇਗਾ, ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਅੱਜ ਤੋਂ 40 ਸਾਲ ਪਹਿਲਾਂ ਕਿਹਾ ਕਰਦੇ ਸੀ ਕਿ ਲੋਕੋ ਪਾਣੀ ਦੀ ਕਦਰ ਕਰੋ, ਤੁਸੀਂ ਮੁੱਲ ਦਾ ਪਾਣੀ ਪੀਓਗੇ ਤੁਹਾਡੇ ਬੱਚੇ ਮੁੱਲ ਦਾ ਪਾਣੀ ਪੀਆ ਕਰਨਗੇ। ਹੁਣ ਜਿਹੜਾ ਅਸੀਂ ਪਾਣੀ ਪੀ ਰਹੇ ਨਾ, ਸਿੰਪਲ ਫਿਲਟਰਡ ਵਾਟਰ ਹੈ, ਉਹ ਮਿਨਰਲ ਵਾਟਰ ਨਹੀਂ ਹੈਗਾ। ਭਗਤ ਪੂਰਨ ਸਿੰਘ ਨੇ ਇੱਕ ਗੱਲ ਕਹੀ ਸੀ ਕਿ ਜਿੰਨੇ ਦਾ ਪੈਟਰੋਲ ਹੋਵੇਗਾ ਨਾ, ਉਨੇ ਦਾ ਤੁਹਾਨੂੰ ਪੀਣ ਵਾਲਾ ਪਾਣੀ ਪਵੇਗਾ। ਔਰ ਇਹ ਗੱਲ ਸੱਚ ਜੇ। ਜਿਹੜਾ ਅਸੀਂ ਫਿਲਟਰਡ ਵਾਟਰ 20 ਰੁਪਏ ਦੀ ਬੋਤਲ ਲੈ ਰਹੇ ਹਾਂ, ਤੇ ਜਿਹੜਾ ਸਾਡੀ ਜ਼ਮੀਨ ਦੇ ਵਿੱਚ ਮਿਨਰਲ ਵਾਟਰ ਸੀ, ਉਹ ਮਿਨਰਲ ਵਾਟਰ ਤੁਸੀਂ ਕਿਸੇ ਚੰਗੀ ਕੰਪਨੀ ਦਾ ਖਰੀਦੋ। ਜਿਹੜਾ ਸਾਡਾ ਜ਼ਮੀਨ ਦੇ ਵਿੱਚ ਸੀ ਉਹ 90 ਰੁਪਏ ਦੀ ਬੋਤਲ ਹੈ, ਪੈਟਰੋਲ ਦੇ ਬਰਾਬਰ। ਅਸੀਂ ਅੱਜ ਸਮਝ ਰਹੇ ਹਾਂ ਭਗਤ ਪੂਰਨ ਸਿੰਘ ਦੀਆਂ ਗੱਲਾਂ, ਕਿ ਭਗਤ ਪੂਰਨ ਸਿੰਘ ਕਿਉਂ ਸਾਨੂੰ ਇਹ ਗੱਲ ਸਮਝਾਉਂਦੇ ਸੀ, ਪਰ ਅਸੀਂ ਉਦੋਂ ਨਹੀਂ ਸਮਝੀਆਂ। ਅੱਜ ਅਸੀਂ ਮੁੱਲ ਦਾ ਪਾਣੀ ਪੀ ਰਹੇ ਹਾਂ। ਅੱਜ ਚਾਹੇ ਸਰਕਾਰ ਦੇ ਵੱਲੋਂ ਆਰਓ ਲਾਏ ਨੇ, ਚਾਹੇ ਸਾਡੇ ਘਰਾਂ 'ਚ ਲੱਗੇ ਨੇ, ਉਹਨਾਂ ਦਾ ਬਿੱਲ ਆ ਰਿਹਾ, ਪਾਣੀ ਤਾਂ ਮੁੱਲ ਦਾ ਹੀ ਪੀ ਰਹੇ ਅਸੀਂ। ਸਸਤਾ ਮਹਿੰਗਾ ਗੱਲ ਵੱਖਰੀ ਹੋ ਸਕਦੀ ਹੈ। ਉਸ ਤੋਂ ਅਗਲੀ ਗੱਲ ਬੋਲੀ। ਕੀ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਬਾਹਰੋਂ ਲੋਕ ਜਿਹੜੇ ਪੰਜਾਬ ਦੀ ਨੁਮਾਇੰਦਗੀ ਕਰਨਗੇ, ਉਹ ਪੰਜਾਬ ਦੀ ਬੋਲੀ ਦੇ ਨਾਲ, ਭਾਸ਼ਾ ਦੇ ਨਾਲ ਕੋਈ ਇਨਸਾਫ ਕਰ ਸਕਦੇ? ਇਹ ਇਨਸਾਫ ਨਹੀਂ ਹੋ ਸਕਦਾ। ਜਿਸ ਬੋਲੀ ਦੇ ਵਿੱਚ ਮਨੁੱਖ ਦਾ ਜਨਮ ਹੁੰਦਾ ਹੈ, ਜਿਹੜੀ ਉਹਦੇ ਵਿਰਸੇ ਦੀ, ਜਿਹੜੀ ਉਹਦੀ ਮਾਂ ਦੀ ਬੋਲੀ ਹੁੰਦੀ ਹੈ, ਉਹਦੇ ਧਰਮ ਦੀਆਂ ਵਿਚਾਰਧਾਰਾਵਾਂ ਤੇ ਉਹਦੀ ਜੀਵਨ ਸ਼ੈਲੀ ਨੂੰ ਉਸ ਬੋਲੀ ਦੇ ਵਿੱਚ ਹੀ ਸਾਬਤ ਰੱਖਿਆ ਜਾ ਸਕਦਾ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਇੱਕ ਰੂਸ ਦਾ ਇਲਾਕਾ ਹੈ ਦਾਗਿਸਤਾਨ। ਦਾਗਿਸਤਾਨ ਦਾ ਇੱਕ ਲੇਖਕ ਹੈ ਰਸੂਲ ਹਮਜ਼ਾ ਤੌਬ। ਰਸੂਲ ਹਮਜ਼ਾ ਤੌਬ ਨੇ ਇੱਕ ਕਿਤਾਬ ਲਿਖੀ, ਮੇਰਾ ਦਾਗਿਸਤਾਨ। ਉਹ 'ਚੋਂ ਬੜੀ ਪਿਆਰੀ ਗੱਲ ਲਿਖਦਾ ਹੈ, ਕਿਉਂਕਿ ਮੈਂ ਇਹ ਤੁਹਾਡੇ ਨਾਲ ਇਹ ਗੱਲਾਂ ਕਰ ਰਿਹਾ ਕਿ ਜਦੋਂ ਅਸੀਂ ਬਾਰ-ਬਾਰ ਇਹ ਗੱਲ ਕਰਦੇ ਸੀ ਨਾ ਕਿ ਪੰਜਾਬ ਦੇ ਸੂਬੇ ਦੇ ਹੱਕ ਜਿਹੜੇ ਨੇ ਉਹ ਸਾਨੂੰ ਮਿਲਣੇ ਚਾਹੀਦੇ ਨੇ, ਖੁਦ ਮੁਖਤਿਆਰੀ ਦੀ ਗੱਲ ਚੱਲਣੀ ਚਾਹੀਦੀ ਹੈ, ਪਾਤਸ਼ਾਹੀ ਦਾਅਵਾ ਜਿਹਨੂੰ ਕਲੇਮ ਔਨ ਥਰੋਨ ਕਹਿੰਦੇ, ਇਹ ਅਸੀਂ ਪੰਜਾਬ ਤੋਂ ਨਹੀਂ ਛੱਡਣਾ। ਅਸੀਂ ਆਪਣੀ ਖੁਦ ਮੁਖਤਿਆਰੀ ਜਾਂ ਵੱਧ ਅਧਿਕਾਰਾਂ ਦੇ ਵਾਸਤੇ ਲੜਦੇ ਰਹਾਂਗੇ, ਚਾਹੇ ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੋਵੇ, ਚਾਹੇ ਹਲੇਮੀ ਰਾਜ ਦੀ ਗੱਲ ਹੋਵੇ। ਪਰ ਉਦੋਂ ਕਿਹਾ ਜਾਂਦਾ ਸੀ ਕਿ ਨਹੀਂ, ਇਹ ਕਿਸਾਨ ਸੰਘਰਸ਼ ਤੋਂ ਹਟ ਕੇ ਗੱਲਾਂ ਕਰ ਰਹੇ ਨੇ। ਪਰ ਅੱਜ ਜਦੋਂ ਸਾਡੀ ਬੋਲੀ ਖਤਮ ਹੋਵੇਗੀ, ਰਸੂਲ ਹਮਜ਼ਾ ਤੌਬ ਲਿਖਦਾ, ਕਹਿੰਦਾ ਕਿ ਮੇਰੇ ਕਬੀਲੇ ਦਾ ਇੱਕ ਬੱਚਾ ਨੌਕਰੀ ਵਾਸਤੇ ਜਾਂ ਕਿਸੇ ਕਾਰੋਬਾਰ ਵਾਸਤੇ ਬਾਹਰ ਚਲਾ ਗਿਆ, 1 ਸਾਲ 2 ਸਾਲ 3 ਸਾਲ ਵਾਪਸ ਨਾ ਆਇਆ, ਤੇ ਮਾਂ-ਬਾਪ ਨੇ ਸੋਚਿਆ ਕਿ ਸ਼ਾਇਦ ਰਸਤੇ ਦੇ ਵਿੱਚ ਕਿਸੇ ਜਾਨਵਰ ਨੇ ਖਤਮ ਕਰ ਦਿੱਤਾ ਹੋਵੇਗਾ, ਕਿਸੇ ਨੇ ਲੁੱਟ ਲਿਆ ਹੋਵੇਗਾ, ਕਿਸੇ ਡਾਕੂ ਨੇ ਕਤਲ ਕਰ ਦਿੱਤਾ ਹੋਵੇਗਾ। ਭਾਵ ਉਹਦੇ ਕਬੀਲੇ ਦੇ ਵਿੱਚ ਉਹਦੀਆਂ ਅੰਤਮ ਰਸਮਾਂ ਕਰ ਦਿੱਤੀਆਂ ਗਈਆਂ ਕਿ ਬੱਚਾ ਮਰ ਚੁੱਕਾ। ਮਾਂ-ਬਾਪ ਨੇ ਅੰਤਮ ਰਸਮਾਂ ਕਰਕੇ ਸਬਰ ਕਰ ਲਿਆ ਕਿ ਸਾਡਾ ਬੱਚਾ ਹੁਣ ਦੁਨੀਆ ਤੇ ਨਹੀਂ ਰਿਹਾ। ਰਸੂਲ ਹਮਜ਼ਾ ਜੋ ਕਹਿੰਦਾ ਕਿ ਜਦੋਂ ਮੈਂ 20-30 ਸਾਲਾਂ ਬਾਅਦ ਫਰਾਂਸ ਗਿਆ, ਤੇ ਕਹਿੰਦਾ ਪੈਰਿਸ ਦੇ ਵਿੱਚ ਮੈਂ ਆਪਣੀ ਜ਼ੁਬਾਨ 'ਚ ਕੋਈ ਗੱਲ ਕੀਤੀ ਤੇ ਮੇਰੇ ਪਿੱਛੇ ਖੜੇ ਵਿਅਕਤੀ ਨੇ ਮੇਰੀ ਗੱਲ ਨੂੰ ਸਮਝਿਆ ਤੇ ਮੇਰੀ ਭਾਸ਼ਾ ਦਾ ਜਵਾਬ ਮੇਰੀ ਭਾਸ਼ਾ 'ਚ ਦਿੱਤਾ,
ਤੇ ਮੈਂ ਉਹਨੂੰ ਪੁੱਛਿਆ ਵੀ ਤੂੰ ਮੇਰੇ ਕਬੀਲੇ ਦੀ ਭਾਸ਼ਾ ਕਿਵੇਂ ਜਾਣਦਾ? ਕਹਿੰਦਾ ਮੈਂ ਵੀ ਉਸੇ ਕਬੀਲੇ ਦਾ। ਕਹਿੰਦਾ ਜਦੋਂ ਗੱਲਬਾਤ ਖੁੱਲੀ ਤਾਂ ਉਹੀ ਬੱਚਾ ਜਿਹੜਾ ਮੇਰੇ ਕਬੀਲੇ ਦਾ ਸੀ, ਜਿਹੜਾ ਮੇਰੇ ਪਰਿਵਾਰ ਦੇ ਨੇੜੇ ਰਹਿੰਦਾ ਸੀ, ਉਹ ਉੱਥੇ ਚਲਾ ਗਿਆ। ਕਹਿੰਦਾ ਉਹ ਮੈਨੂੰ ਆਪਣੇ ਘਰ ਲੈ ਗਿਆ ਤੇ ਮੈਨੂੰ ਕਹਿੰਦਾ ਕਿ ਵੇਖ ਹੁਣ ਮੈਂ ਫਰਾਂਸ 'ਚ ਰਹਿਣਾ, ਮੇਰੀ ਘਰ ਵਾਲੀ ਵੀ ਫਰੈਂਚ ਔਰਤ ਹੈ, ਮੇਰੇ ਬੱਚੇ ਵੀ ਫਰੈਂਚ ਬੋਲਦੇ ਨੇ। ਕਹਿੰਦਾ ਮੈਂ ਹੈਰਾਨ ਹੋਇਆ ਕਿ ਉਹ ਘਰ ਦੇ ਵਿੱਚ ਸਾਡੀ ਕਬੀਲੇ ਦੀ ਬੋਲੀ ਨਹੀਂ ਸੀ ਬੋਲਦੇ, ਉਹ ਫਰੈਂਚ ਬੋਲਦੇ ਸੀ। ਉਹਨਾਂ ਦੇ ਬੱਚੇ ਉਹ ਪਹਿਰਾਵਾ ਪਾਉਂਦੇ ਸੀ, ਉਹਦੀ ਘਰ ਵਾਲੀ ਨੇ ਫਰਾਂਸੀਸੀਆ ਵਾਲਾ ਪਹਿਰਾਵਾ ਪਾਇਆ ਹੋਇਆ ਸੀ ਔਰ ਉਹਨੇ ਆਪ ਵੀ ਫਰੈਂਚ ਕੱਪੜੇ ਪਹਿਨੇ ਹੋਏ ਸੀ। ਕਹਿੰਦਾ ਮੈਂ ਸਭ ਕੁਝ ਵੇਖ ਕੇ ਜਦੋਂ ਵਾਪਸ ਆਇਆ ਤੇ ਮੈਂ ਉਹਦੀ ਮਾਂ ਨੂੰ ਦੱਸਿਆ। ਮੈਂ ਕਿਹਾ ਮਾਂ, ਮੈਂ ਤੇਰੇ ਪੁੱਤਰ ਨੂੰ ਮਿਲ ਕੇ ਆਇਆ, ਉਹ ਜਿਉਂਦਾ ਹੈ। ਹੁਣ ਇਹ ਮਹਿਸੂਸ ਕਰਿਓ ਕਿ 30-40 ਸਾਲ ਬਾਅਦ ਮਾਂ ਨੂੰ ਖਬਰ ਮਿਲੇ ਕਿ ਜਿਹੜੇ ਪੁੱਤ ਦੀਆਂ ਅੰਤਮ ਰਸਮਾਂ ਕੀਤੀਆਂ ਜਾ ਸਕਦੀਆਂ ਨੇ, ਉਹ ਬੱਚਾ ਜੇ ਜਿਉਂਦਾ, ਕਿੰਨੀ ਖੁਸ਼ੀ ਹੋਵੇਗੀ। ਖੁਸ਼ੀ ਦੇ ਨਾਲ ਉਹਦੀਆਂ ਅੱਖਾਂ 'ਚ ਅਥਰੂ ਵੱਧ ਰਹੇ ਨੇ, ਸਾਰੀ ਮੂੰਹ ਭਿੱਜਿਆ ਹੋਇਆ ਦਾ ਅਥਰੂਆਂ ਦੇ ਨਾਲ ਕਿ ਮੇਰਾ ਪੁੱਤ ਜਿਉਂਦਾ ਹੈ। ਫਿਰ ਕਹਿੰਦਾ ਗੱਲਾਂ ਬਾਤਾਂ ਕਰਦਾ ਕਿ ਮੈਂ ਕਿਹਾ ਮਾਂ, ਉਹ ਬੜਾ ਅਮੀਰ ਹੈ, ਉਹਦਾ ਬੜਾ ਵੱਡਾ ਘਰ ਹੈ, ਤੇਰੀ ਨੂੰਹ ਵੀ ਹੈ, ਤੇਰੇ ਪੋਤਰੇ ਵੀ ਨੇ। ਹੁਣ ਉਹ ਸਾਡੀ ਬੋਲੀ ਨਹੀਂ ਬੋਲਦੇ, ਉਹ ਅੰਗਰੇਜ਼ਾਂ ਵਰਗੀ ਬੋਲੀ ਬੋਲਦੇ ਨੇ, ਉਹ ਅੰਗਰੇਜ਼ਾਂ ਵਰਗੇ ਕੱਪੜੇ ਪਾਉਂਦੇ ਨੇ, ਉਹ ਅੰਗਰੇਜ਼ਾਂ ਵਾਂਗੂ ਖਾਂਦੇ ਪੀਂਦੇ ਨੇ। ਤੇ ਕਹਿੰਦਾ ਮਾਂ ਹੋਰ ਉੱਚੀ ਆਵਾਜ਼ ਦੇ ਵਿੱਚ ਰੋਈ ਤੇ ਪਤਾ ਕੀ ਕਹਿੰਦੀ? ਕਹਿੰਦੀ ਅੱਗੇ ਨਹੀਂ ਸੀ ਮਰਿਆ, ਅੱਜ ਮਰ ਗਿਆ। ਅੱਗੇ ਤੇ ਉਹ ਮੇਰੀ ਯਾਦ ਦੇ ਵਿੱਚ ਜਿਉਂਦਾ ਸੀ, ਪਰ ਅੱਜ ਜਦੋਂ ਉਸ ਨੇ ਸਾਡੇ ਇਸ ਇਲਾਕੇ ਦਾ ਸੱਭਿਆਚਾਰ, ਪਹਿਰਾਵਾ, ਰਫਤਾਰ, ਗੁਫਤਾਰ, ਦਸਤਾਰ ਤੇ ਕਿਰਦਾਰ ਛੱਡ ਦਿੱਤਾ ਹੈ ਨਾ, ਤਾਂ ਮੇਰਾ ਪੁੱਤ ਅੱਜ ਮੇਰੇ ਲਈ ਮਰ ਗਿਆ। ਉਹਦਾ ਕਾਰਨ ਕੀ? ਕਿ ਕਿਸੇ ਵੀ ਖਿੱਤੇ ਦੇ ਵਿੱਚ ਪਲ ਰਹੇ ਲੋਕਾਂ ਦੇ ਵਾਸਤੇ ਬੋਲੀ ਦੀ ਇੰਨੀ ਜ਼ਿਆਦਾ ਅਹਿਮੀਅਤ ਹੁੰਦੀ ਹੈ। ਸਾਡੀ ਬੋਲੀ ਦੇ ਵਿੱਚ ਇਹ ਲੋਕ ਸਾਡੀ ਬੋਲੀ ਦੀ, ਸਾਡੀ ਭਾਸ਼ਾ ਦੀ ਨੁਮਾਇੰਦਗੀ ਕਰ ਸਕਣਗੇ? ਨਹੀਂ ਹੋਵੇਗੀ। ਉਸ ਤੋਂ ਬਾਅਦ ਪਾਣੀ ਦੀ ਮੈਂ ਗੱਲ ਕੀਤੀ ਹੈ, ਪਰਾਲੀ ਦੇ ਆਰਡੀਨੈਂਸ ਦੀ ਗੱਲ ਕੀਤੀ ਹੈ ਕਿ ਜਿਹੜੇ ਇਹ ਨੁਮਾਇੰਦੇ ਅੱਜ ਪੰਜਾਬ ਦੇ ਵੱਲੋਂ ਜਿਨ੍ਹਾਂ ਨੂੰ ਭੇਜਿਆ ਜਾ ਰਿਹਾ, ਕੀ ਕਦੀ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ? ਨਹੀਂ ਕਰ ਸਕਣਗੇ, ਕਿਉਂਕਿ ਉਹ ਪੰਜਾਬ ਦੇ ਵਿਰਸੇ ਦੇ ਨਾਲ ਜੁੜੇ ਹੋਏ ਨਹੀਂ ਹੈ। ਪੰਜਾਬ ਦੀ ਗੱਲ ਪੰਜਾਬ ਦੇ ਨਾਲ ਜੁੜਿਆ ਹੋਇਆ ਵਿਅਕਤੀ ਕਰ ਸਕਦਾ ਹੈ। ਸੋ ਉਹਦੇ ਵਿੱਚ ਸਾਡੀ ਘਾਟ ਕਿੱਥੇ ਰਹੀ? ਇੰਨੇ ਵੱਡੇ ਸੰਘਰਸ਼ ਦੇ ਵਿੱਚੋਂ ਅਸੀਂ ਸਰਕਾਰ ਦੇ ਮੁਕਾਬਲੇ ਤੇ ਕਿਉਂ ਨਾ ਆ ਸਕੇ? ਦੀਪ ਸਿੱਧੂ ਇੱਕ ਗੱਲ ਕਿਹਾ ਕਰਦਾ ਸੀ, ਕਹਿੰਦਾ ਸੀ ਕਿ ਜੇਕਰ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਤਗੜੇ ਹੋ ਤਾਂ ਫੇਰ ਹੀ ਤੁਹਾਨੂੰ ਗੱਲਬਾਤ ਦੇ ਵਾਸਤੇ ਸੱਦਾ ਦਿੱਤਾ ਜਾਂਦਾ ਹੈ। ਜੇ ਤੁਸੀਂ ਕਮਜ਼ੋਰ ਹੋ, ਤੁਹਾਡਾ ਦੁਸ਼ਮਣ ਤੁਹਾਨੂੰ ਕਦੀ ਨਹੀਂ ਬੁਲਾਉਂਦਾ। ਔਰ ਇਹ ਕੋਈ ਨਵੀਂ ਗੱਲ ਨਹੀਂ ਸੀ, ਇਹ ਸਭ ਕੁਝ ਸਾਡੇ ਇਤਿਹਾਸ ਦੇ ਵਿੱਚ ਪਿਆ ਹੈ। ਇਹ ਕੋਈ ਦੀਪ ਨੇ ਨਵੀਂ ਗੱਲ ਨਹੀਂ ਕੀਤੀ, ਇਹ ਸਾਡੇ ਇਤਿਹਾਸਕ ਵਰਤਾਰਿਆਂ 'ਚ ਪਿਆ ਹੈ। ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਜਿਸ ਵੇਲੇ, ਮਰਹੱਟਿਆਂ ਨੂੰ ਹਰਾਇਆ ਉਸਨੇ ਪਾਣੀਪਤ ਦੇ ਮੈਦਾਨ ਦੇ ਵਿੱਚ। ਹਿੰਦੁਸਤਾਨ ਦੀ ਪੱਤ ਪਾਣੀ ਪਾਣੀ ਹੋ ਗਈ, ਪਰ ਪਿੱਛੇ ਭੱਜ ਭੱਜ ਕੇ ਉਸ ਵੇਲੇ ਅਬਦਾਲੀ ਦੇ ਜਿਹੜੇ ਜਰਨੈਲ ਸੀ, ਕਾਸਮ ਖਾਨ, ਮੁਰਤਜ਼ਾ ਖਾਨ ਵੜੈਚ, ਨਾਸਰ ਖਾਨ, ਇਹਨਾਂ ਸਾਰਿਆਂ ਨੇ ਮਰਹੱਟਿਆਂ ਨੂੰ ਪਿੱਛੇ ਭੱਜ ਭੱਜ ਕੇ ਕਤਲ ਕੀਤਾ, ਉਹਨਾਂ ਦੇ ਖੂਨ ਦੀ ਹੋਲੀ ਖੇਡੀ। ਪਰ ਮਰਹੱਟਿਆਂ ਨੂੰ ਅਬਦਾਲੀ ਨੇ ਗੱਲਬਾਤ ਦਾ ਸੱਦਾ ਨਹੀਂ ਦਿੱਤਾ। ਉਸ ਤੋਂ ਬੇਸ਼ੱਕ ਮਾਨੂਪੁਰ ਦੀ ਜੰਗ ਦੇ ਵਿੱਚ ਕਮਰੂਦੀਨ ਮੀਰਾ, ਤਸ਼ਮੀਰ ਬੰਨੂ ਦਾ ਬਾਪ, ਵਧੀਆ ਲੜਾਈ ਲੜਿਆ, ਅਹਿਮਦ ਸ਼ਾਹ ਅਬਦਾਲੀ ਨੂੰ ਪਿੱਛੇ ਵੀ ਹਟਣਾ ਪਿਆ, ਪਰ ਅਗਲੀ ਵਾਰੀ ਉਸਨੇ ਦਿੱਲੀ ਫਤਿਹ ਕਰ ਲਈ, ਉਸਨੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ। ਉਸ ਤੋਂ ਬਾਅਦ ਮੁਹੰਮਦ ਸ਼ਾਹ ਦੇ ਪਰਿਵਾਰ ਨੂੰ ਦਿੱਲੀ ਦੇ ਵਿੱਚ ਫਤਿਹ ਕੀਤਾ, ਉਸ ਪਰਿਵਾਰ ਦੀਆਂ ਬੱਚੀਆਂ ਉਹ ਲੈ ਗਿਆ ਆਪਣੇ ਨਾਲ, ਪਰ ਉਹਨੇ ਗੱਲਬਾਤ ਦਾ ਸੱਦਾ ਉਹਨਾਂ ਨੂੰ ਨਹੀਂ ਦਿੱਤਾ। ਉਹਦਾ ਕਾਰਨ ਕੀ ਸੀ? ਕਿ ਉਹਨੇ ਉਹਨਾਂ ਨੂੰ ਮੈਦਾਨੇ ਜੰਗ ਦੇ ਵਿੱਚ ਆਪਣੇ ਬਰਾਬਰ ਸਮਝਿਆ ਹੀ ਨਹੀਂ। ਉਹ ਗੱਲਬਾਤ ਦਾ ਸੱਦਾ ਕਿਹਨੂੰ ਨੂੰ ਦਿੰਦਾ ਹੈ? ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਨੂੰ, ਸਰਦਾਰ ਮਿੱਤ ਸਿੰਘ ਨੂੰ, ਸਰਦਾਰ ਹਰੀ ਸਿੰਘ ਨੂੰ, ਸਰਦਾਰ ਜਿਹੜੇ ਮਿਸਲਾਂ ਦੇ ਨੇ, ਉਹਨਾਂ ਨੂੰ ਅਹਿਮਦ ਸ਼ਾਹ ਅਬਦਾਲੀ ਗੱਲਬਾਤ ਦੇ ਵਾਸਤੇ ਕਿਉਂ ਸੱਦਾ ਦਿੰਦਾ ਹੈ? ਉਹਨਾਂ ਦੇ ਵਾਸਤੇ ਕਾਸਦ ਕਿਉਂ ਭੇਜਦਾ ਹੈ? ਉਹਨਾਂ ਦੇ ਵਾਸਤੇ ਮੈਸੇਂਜਰ ਕਿਉਂ ਭੇਜਦਾ ਹੈ? ਉਹਦਾ ਕਾਰਨ ਹੈ ਕਿ ਉਸ ਨੇ 5 ਫਰਵਰੀ 1762 ਨੂੰ ਤੁਹਾਨੂੰ ਵੱਡੇ ਘੱਲੂਘਾਰੇ ਦੇ ਮੈਦਾਨ ਦੇ ਵਿੱਚ ਲੜਦੇ ਵੇਖਿਆ, ਕੋਪਰਹੀੜੇ ਦੇ ਵਿੱਚ। ਉਸਨੇ ਤੁਹਾਡੀ ਬਹਾਦਰੀ ਨੂੰ ਵੇਖਿਆ, ਉਸਨੇ ਤੁਹਾਡੀ ਦ੍ਰਿੜਤਾ ਨੂੰ ਵੇਖਿਆ, ਉਸਨੇ ਤੁਹਾਡੀ ਜੰਗੀ ਨੀਤੀ ਨੂੰ ਵੇਖਿਆ, ਤੁਹਾਡੀ ਘੋੜਸਵਾਰੀ ਨੂੰ ਵੇਖਿਆ, ਤੁਹਾਡੀ ਸ਼ਸਤਰ ਵਿੱਦਿਆ ਨੂੰ ਵੇਖਿਆ। ਤੇ ਅਹਿਮਦ ਸ਼ਾਹ ਅਬਦਾਲੀ ਕੋਈ ਛੋਟੀ ਚੀਜ਼ ਨਹੀਂ ਸੀ। ਬੇਸ਼ੱਕ ਉਹਦਾ ਪਰਿਵਾਰਕ ਪਿਛੋਕੜ ਲੈ ਲਈਏ, ਜਿਹੜਾ ਯਹੂਦੀ ਪਰਿਵਾਰ ਦੇ ਨਾਲ ਕੀਸ ਦੇ ਸਮੇਂ, ਮੁਹੰਮਦ ਸਾਹਿਬ ਦੇ ਸਮੇਂ ਇਸਲਾਮ ਦੇ ਵਿੱਚ ਆਉਂਦਾ ਹੈ, ਚਾਹੇ ਅਸੀਂ ਉਹ ਗੱਲ ਲੈ ਲਈਏ, ਜਾਂ ਫਿਰ ਅਫਗਾਨਿਸਤਾਨ ਦੀ ਨੀਂਹ ਰੱਖਣ ਵਾਲਾ ਹੈ, ਉਸਨੂੰ ਬਾਬਾ ਅਫਗਾਨ ਕਿਹਾ ਜਾਂਦਾ ਹੈ, ਅਹਿਮਦ ਸ਼ਾਹ ਅਬਦਾਲੀ। ਉਸ ਵੇਲੇ ਮੰਨਿਆ ਪਰਮੰਨਿਆ ਜਰਨੈਲ ਸੀ।
ਪਰ ਜੇ ਅਹਿਮਦ ਸ਼ਾਹ ਅਬਦਾਲੀ ਗੱਲਬਾਤ ਕਰਨ ਦੇ ਵਾਸਤੇ ਸੱਦਾ ਭੇਜਦਾ ਇਸ ਇਲਾਕੇ 'ਚ ਕਿਸੇ ਕੌਮ ਨੂੰ ਤਾਂ ਕੇਵਲ ਸਿੱਖਾਂ ਨੂੰ। ਉਹਦਾ ਕਾਰਨ ਤੁਸੀਂ ਮੈਦਾਨੇ ਜੰਗ ਦੇ ਵਿੱਚ ਤਗੜੇ ਸੀ, ਤੁਸੀਂ ਮੈਦਾਨੇ ਜੰਗ ਦੇ ਵਿੱਚ ਸਟਰੋਂਗ ਸੀ, ਤਾਂ ਸੱਦਾ ਦਿੱਤਾ ਗਿਆ ਤੁਹਾਨੂੰ। ਔਰ ਤੁਹਾਡੇ ਵਾਸਤੇ ਜਿਹੜੀ ਆਫਰ ਸੀ, ਜਿਹੜੀ ਪੇਸ਼ਕਸ਼ ਸੀ, ਉਹ ਅੱਜ ਦੇ ਹਿਸਾਬ ਦੇ ਨਾਲ ਤਾਂ ਬਹੁਤ ਵਧੀਆ ਸੀ। ਮੈਂ ਇੱਕ ਗੱਲ ਹੋਰ ਸਾਂਝੀ ਕਰ ਦੇਵਾਂ, ਇਹ ਵੀ ਕਿਸਾਨ ਮੋਰਚੇ ਦੇ ਵਿੱਚ ਗੱਲ ਹੋਈ, ਵੀਰ ਜੀ ਨੂੰ ਪਤਾ ਹੋਊਗਾ। ਜਦੋਂ ਪਹਿਲੀ ਵਾਰੀ ਕਿਸਾਨ ਜਥੇਬੰਦੀਆਂ ਨੂੰ ਤੋਮਰ ਦੇ ਵੱਲੋਂ ਸੱਦਾ ਦਿੱਤਾ ਗਿਆ, ਉਹਦੇ ਦਿੱਤੇ ਹੋਏ ਸਥਾਨ ਦੇ ਉੱਪਰ ਗਏ ਤੇ ਜਿਹੜੀਆਂ ਉਹਨਾਂ ਦੇ ਵੱਲੋਂ ਰੋਟੀ ਦਾ ਪ੍ਰਬੰਧ ਕੀਤਾ ਗਿਆ ਸੀ, ਉਹ ਰੋਟੀ ਜਿਹੜੀ ਸੀ ਉਹ ਖਾਧੀ ਗਈ। ਤੇ ਬਹੁਤ ਸਾਰੇ ਸਾਡੇ ਕੁਝ ਲੀਡਰ ਇਹ ਸੀ, ਉਹ ਲਾਈਵ ਹੋ ਕੇ ਨਾ ਦੱਸ ਰਹੇ ਸੀ ਕਿ ਅਸੀਂ ਤੋਮਰ ਦੇ ਨਾਲ ਗੱਲਬਾਤ ਕਰ ਰਹੇ। ਖੁਸ਼ੀ ਬੜੀ ਸੀ ਕਿ ਅਸੀਂ ਖੇਤੀ ਮੰਤਰੀ ਦੇ ਨਾਲ ਬੈਠੇ ਹਾਂ। ਉਸ ਰਾਤ ਮੈਂ ਤੇ ਦੀਪ ਬੈਠੇ ਸੀ ਤੇ ਦੀਪ ਲਾਈਵ ਹੋਇਆ ਤੇ ਦੀਪ ਨੇ ਇੱਕ ਗੱਲ ਕਹੀ, ਕਹਿੰਦਾ ਕਿ ਜਦੋਂ ਟੇਬਲ ਟਾਕ ਕਰਨੀ ਹੋਵੇ ਨਾ ਤੇ ਦੁਸ਼ਮਣ ਦਾ ਲੂਣ ਖਾ ਕੇ ਆਪਣੇ ਹੱਕਾਂ ਦੀ ਗੱਲ ਨਹੀਂ ਜੇ ਕੀਤੀ ਜਾਂਦੀ। ਔਰ ਇਹ ਗੱਲ ਕਿੱਥੇ ਪਈ ਸੀ? ਇਹ ਗੱਲ ਵੀ ਸਾਡੇ ਇਤਿਹਾਸ ਦੇ ਵਿੱਚ ਪਈ ਸੀ। ਔਰ ਤੁਸੀਂ ਵੇਖਿਆ ਫਿਰ ਅਗਲੀ ਮੀਟਿੰਗ ਦੇ ਵਿੱਚ ਬਹੁਤ ਕੁਝ ਮੀਡੀਆ ਦੇ ਵਿੱਚ ਆਇਆ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਰੋਟੀਆਂ ਲੈ ਕੇ ਗਈਆਂ ਔਰ ਉਹਨਾਂ ਨੇ ਵੱਖਰੀਆਂ ਬਹਿ ਕੇ ਖਾਧੀਆਂ। ਔਰ ਇਹਦੇ ਨਾਲ ਸਿੱਖਾਂ ਦਾ ਮਾਣ ਉੱਚਾ ਹੋਇਆ, ਸਿਰ ਉੱਚਾ ਹੋਇਆ ਵੀ ਕਿਸਾਨ ਜਥੇਬੰਦੀਆਂ ਨੇ ਆਪਣੀ ਰੋਟੀ ਆਪ ਲੈ ਕੇ ਗਏ, ਆਪਣੀ ਰੋਟੀ ਆਪ ਖਾਧੀ। ਔਰ ਇਹ ਗੱਲ ਵੀ ਇਤਿਹਾਸ ਦੇ ਵਿੱਚ ਪਈ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਏਲਚੀ ਆਉਂਦੇ ਨੇ ਸਿੱਖਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ, ਤਾਂ ਉਸ ਵੇਲੇ ਉਹ ਟਰੇ ਦੇ ਵਿੱਚ, ਤਸ਼ਤਰੀ ਦੇ ਵਿੱਚ ਬੜੇ ਡਰਾਈ ਫਰੂਟ, ਮੇਵੇ, ਬਦਾਮ, ਬੜਾ ਕੁਝ ਲੈ ਕੇ ਆਉਂਦੇ ਨੇ। ਤੇ ਉਸ ਵੇਲੇ ਆਲਾ ਸਿੰਘ ਦਾ ਵਕੀਲ ਨਾਨੂ ਸਿੰਘ ਗਰੇਵਾਲ ਵੀ ਨਾਲ ਹੈ, ਉਹਨਾਂ ਦੇ ਪਟਿਆਲੇ ਵਾਲੇ ਰਾਜੇ ਦਾ ਵਕੀਲ, ਉਹ ਵੀ ਨਾਲ ਭੇਜਿਆ ਗਿਆ ਸੀ। ਉਹ ਜਾ ਕੇ ਉਹਨਾਂ ਦੇ ਸਾਹਮਣੇ, ਸਿੱਖਾਂ ਦੇ ਸਾਹਮਣੇ, ਚੜ੍ਹ ਸਿੰਘ ਦੇ, ਜੱਸਾ ਸਿੰਘ ਆਲੂਵਾਲੀਆ ਦੇ ਸਾਹਮਣੇ ਟਰੇ ਰੱਖਦਾ, ਕਹਿੰਦਾ ਕਿ ਆ ਜਾਓ, ਨਾਲੇ ਖਾਈਏ ਤੇ ਨਾਲੇ ਗੱਲਬਾਤ ਕਰੀਏ। ਤੇ ਸਿੱਖ ਜਰਨੈਲ ਪਤਾ ਕੀ ਕਹਿੰਦੇ ਨੇ? ਉਹ ਕਹਿੰਦੇ ਨਹੀਂ, ਗੱਲਬਾਤ ਤੇ ਹੋਵੇਗੀ ਪਰ ਤੁਹਾਡਾ ਖਾ ਕੇ ਨਹੀਂ। ਉਹ ਆਪਣੀ ਪੋਟਲੀ ਦੇ ਵਿੱਚੋਂ ਆਪਣੇ ਭੁੱਜੇ ਹੋਏ ਛੋਲੇ ਕੱਢਦੇ ਨੇ ਤੇ ਸਾਹਮਣੇ ਕੱਪੜਾ ਵਿਛਾ ਕੇ ਅਬਦਾਲੀ ਦੇ ਕਾਸਦ ਆਪਣਾ ਖਾ ਰਹੇ ਨੇ ਤੇ ਸਿੱਖ ਜਰਨੈਲ ਆਪਣਾ ਖਾ ਰਹੇ ਨੇ। ਤੇ ਨਾਲ ਕਹਿੰਦੇ ਨੇ ਕਿ ਨਹੀਂ, ਤੁਹਾਡੀ ਖਾ ਕੇ ਅਸੀਂ ਆਪਣੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ। ਇਹ ਗੱਲ ਵੀ ਸਾਡੇ ਇਤਿਹਾਸ ਦੇ ਵਿੱਚ ਪਈ ਸੀ। ਔਰ ਦੂਸਰੀ ਗੱਲ, ਸਿੱਖਾਂ ਦੇ ਵਾਸਤੇ ਆਫਰ ਕਿੰਨੀ ਵੱਡੀ ਉਸ ਵੇਲੇ। ਆਫਰ ਇਹ ਹੈ ਵੀ ਤੁਸੀਂ 6 ਮਹੀਨਿਆਂ ਬਾਅਦ, ਉਹਨਾਂ ਸਮੇਂ 'ਚ ਪੰਜਾਬ 'ਚ ਝੋਨੇ ਦੀ ਖੇਤੀ ਨਹੀਂ ਸੀ ਹੁੰਦੀ, 1762-63 ਦੇ ਵਿੱਚ ਥੋੜੀ ਕਣਕ ਹੁੰਦੀ ਸੀ, ਬਾਜਰਾ, ਗੁਆਰਾ, ਮੱਕੀ, ਜੌਂ, ਕੋਧਰਾ, ਇਵੇਂ ਦੀਆਂ ਫਸਲਾਂ ਹੁੰਦੀਆਂ ਸੀ। ਤੇ ਅਹਿਮਦ ਸ਼ਾਹ ਅਬਦਾਲੀ ਦੇ ਕਾਸਦ ਕਹਿੰਦੇ ਨੇ, ਕਹਿੰਦੇ ਤੁਸੀਂ 6 ਮਹੀਨਿਆਂ ਬਾਅਦ ਸਾਨੂੰ ਇਸ ਸਾਰੀ ਜ਼ਰਾਇਤੀ ਖੇਤਰ ਦੀ ਉਪਜ ਦੇ ਵਿੱਚੋਂ 6ਵਾਂ ਹਿੱਸਾ ਦੇ ਦਿਆ ਕਰੋ, ਹਾੜੀ ਸੌਣੀ 6ਵਾਂ ਹਿੱਸਾ ਦੇ ਦਿਆ ਕਰੋ। ਸੋ ਉਸ ਵੇਲੇ ਜਿਹੜੀ ਸਿੱਖਾਂ ਨੂੰ ਆਫਰ ਹੈ ਉਹ ਕਿੰਨੀ ਵਧੀਆ ਹੈ ਵੀ 6 ਮਹੀਨੇ ਬਾਅਦ ਕੁਛ ਮੱਕੀ, ਕੁਛ ਬਾਜਰਾ, ਕੁਛ ਗੁਆਰਾ, ਕੁਛ ਕਣਕ ਦੇ ਦਿਓ, ਤੁਹਾਡੇ ਬੱਚਿਆਂ ਦੇ ਸਿਰਾਂ ਦੇ ਮੁੱਲ ਨਹੀਂ ਪੈਣਗੇ, ਤੁਹਾਡਾ ਕਤਲੇਆਮ ਨਹੀਂ ਹੋਵੇਗਾ, ਤੁਹਾਡੇ ਉੱਪਰ ਕੋਈ ਜ਼ੁਲਮ ਨਹੀਂ ਹੋਵੇਗਾ, ਰਾਜ ਤੁਹਾਡਾ ਹੋਵੇਗਾ, ਤਾਜ ਅਬਦਾਲੀ ਦਾ ਹੋਵੇਗਾ, ਵੀ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਹੋਵੇਗਾ ਤੇ ਰਾਜ ਇੱਥੇ ਤੁਸੀਂ ਕਰ ਸਕਦੇ ਹੋ। ਬੜੀ ਵਧੀਆ ਆਫਰ ਹੈ। ਸਿੱਖਾਂ ਨੇ ਪ੍ਰਵਾਨ ਨਹੀਂ ਕੀਤੀ। ਉਹ ਕਹਿੰਦੇ ਗੱਲ ਇਹ ਨਹੀਂ ਹੈ, ਸਾਨੂੰ ਪਤਾ ਹੈ ਕਿ ਇਹਦੇ 'ਚ ਸਾਨੂੰ ਦੁਨਿਆਵੀ ਤੌਰ ਤੇ ਫਾਇਦਾ ਹੋ ਸਕਦਾ ਹੈ, ਅਸੀਂ ਤੁਹਾਨੂੰ ਥੋੜੇ ਜਿਹੇ ਨਜ਼ਰਾਨੇ ਦੇ ਕੇ ਆਪਣੀ ਜੀਵਨ, ਪਰਿਵਾਰ ਦਾ ਜੀਵਨ, ਬੱਚਿਆਂ ਦੀ ਜ਼ਿੰਦਗੀ ਬਚਾ ਸਕਦੇ ਹਾਂ, ਪਰ ਇਹ ਜੰਗ ਆਜ਼ਾਦੀ ਤੇ ਗੁਲਾਮੀ ਦੀ ਹੈ। ਇਹ ਗੱਲ ਤਾਂ ਪਾਤਸ਼ਾਹੀ ਦਾਅਵੇ ਦੀ ਹੈ। ਜੇਕਰ ਅਸੀਂ ਅਬਦਾਲੀ ਨੂੰ ਤਾਜ ਦਾ ਮਾਲਕ ਮੰਨ ਕੇ ਰਾਜ ਕਰਦੇ, ਇਹਦਾ ਮਤਲਬ ਅਸੀਂ ਉਸ ਦੇ ਅਧੀਨ ਹਾਂ, ਅਸੀਂ ਗੁਲਾਮੀ ਸਵੀਕਾਰ ਨਹੀਂ ਕਰਦੇ। ਤੇ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਅਹਿਮਦ ਸ਼ਾਹ ਅਬਦਾਲੀ ਨੂੰ, ਸਰਦਾਰ ਸੋਹਣ ਸਿੰਘ ਸੀਤਲ ਨੇ ਬੜਾ ਪਿਆਰਾ ਲਿਖਿਆ, ਕਹਿੰਦੇ ਕਿ ਅਹਿਮਦ ਸ਼ਾਹ ਅਬਦਾਲੀ ਦੇ ਕਾਸਦ ਨੂੰ ਸਿੱਖ ਜਰਨੈਲ ਜਵਾਬ ਦਿੰਦੇ ਨੇ ਕਿ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ, ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ ਖੈਬਰ ਕੋਲ ਜਾ ਕੇ, ਸ਼ਾਹ ਨਜਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ।